ਪੂਰੀ ਦੁਨੀਆ ਵਿੱਚ ਕਰੋਨਾ ਵਾਇਰਸ ਕਰਕੇ ਇਸ ਵੇਲੇ ਲੋਕਡਾਊਨ ਦੀ ਸਥਿਤੀ ਬਣੀ ਹੋਈ ਹੈ। ਇਸ ਦਾ ਸਭ ਤੋਂ ਜ਼ਿਆਦਾ ਅਸਰ ਸੈਰ ਸਪਾਟਾ ਵਪਾਰ ਨੂੰ ਪਿਆ ਹੈ। ਜਲੰਧਰ ਵਿੱਚ ਇਸ ਦਾ ਸਿੱਧਾ ਅਸਰ ਟੂਰਿਸਟ ਵੀਜ਼ਾ ਬਣਾਉਣ ਵਾਲੇ ਅਤੇ ਇਮੀਗ੍ਰੇਸ਼ਨ ਏਜੰਟਾਂ ਉੱਪਰ ਸਾਫ਼ ਦਿਖਾਈ ਦੇ ਰਿਹਾ ਹੈ। ਸਾਡੇ ਦੇਸ਼ ਵਿੱਚ ਲੋਕੀ ਜੂਨ ਦੇ ਮਹੀਨੇ ਵਿੱਚ ਸਭ ਤੋਂ ਜ਼ਿਆਦਾ ਘੁੰਮਣ ਫਿਰਨ ਲਈ ਦੇਸ਼ ਵਿਦੇਸ਼ ਲਈ ਥਾਵਾਂ ਤੇ ਜਾਂਦੇ ਨੇ। ਜਿੱਥੇ ਇਸ ਮਹੀਨੇ ਵਿੱਚ ਹੋਟਲਾਂ ਦੇ ਕਮਰੇ ਸਭ ਤੋਂ ਜ਼ਿਆਦਾ ਮਹਿੰਗੇ ਹੋ ਜਾਂਦੇ ਨੇ, ਉੱਥੇ ਦੂਜੇ ਪਾਸੇ ਵਿਦੇਸ਼ ਯਾਤਰਾ ਕਰਨ ਲਈ ਟੂਰਿਸਟ ਵੀਜ਼ਾ ਬਣਾਉਣ ਵਾਲੇ ਏਜੰਟਾਂ ਦੀ ਵੀ ਇਹਨਾਂ ਦਿਨਾਂ ਦੇ ਵਿੱਚ ਖਾਸੀ ਕਮਾਈ ਹੁੰਦੀ ਹੈ। ਪਰ ਪਿਛਲੇ 2 ਮਹੀਨਿਆਂ ਤੋਂ ਚੱਲਦੇ ਲੋਕਡਾਊਨ ਦੇ ਦੌਰਾਨ ਪੂਰੀ ਦੁਨੀਆ ਵਿੱਚ ਅੱਜ ਵੀ ਬੰਦ ਵਰਗਾ ਮਾਹੌਲ ਹੈ। ਜਲੰਧਰ ਵਿੱਚ ਟੂਰਿਸਟ ਵੀਜ਼ਾ ਬਣਾਉਣ ਵਾਲੇ ਟਰੈਵਲ ਏਜੰਟਾਂ ਦੇ ਅਨੁਸਾਰ ਪੂਰੀ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਕਾਰੋਬਾਰ ਲੋਕਾਂ ਦੇ ਘੁੰਮਣ ਫਿਰਨ ਅਤੇ ਸੈਰ ਸਪਾਟੇ ਨਾਲ ਜੁੜੇ ਹੋਏ ਨੇ। ਉਹਨਾਂ ਦਾ ਕਹਿਣਾ ਹੈ ਕਿ ਪਿਛਲੇ 2 ਮਹੀਨਿਆਂ ਦੌਰਾਨ ਇਹ ਕੰਮ ਪੂਰੀ ਤਰ੍ਹਾਂ ਬੰਦ ਹੈ ਅਤੇ ਉਹ ਬਿਲਕੁਲ ਵਿਹਲੇ ਬੈਠੇ ਨੇ। ਜਲੰਧਰ ਵਿੱਚ ਪਿਛਲੇ 20 ਸਾਲਾਂ ਤੋਂ ਟੂਰਿਸਟ ਵੀਜ਼ਾ ਦਾ ਕੰਮ ਕਰ ਰਹੇ ਅਰਵਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੋਂ ਪਹਿਲਾਂ ਇਸ ਤਰ੍ਹਾਂ ਦਾ ਅਸਰ ਇਸ ਵਪਾਰ ਤੇ ਉਦੋਂ ਹੋਇਆ ਸੀ ਜਦੋਂ ਅਮਰੀਕਾ ਵਿੱਚ ਆਤੰਕੀ ਹਮਲਾ ਹੋਇਆ ਸੀ। ਉਸ ਤੋਂ ਬਾਅਦ ਇਸ ਵਪਾਰ ਤੋਂ ਸਭ ਤੋਂ ਜ਼ਿਆਦਾ ਅਸਰ ਯਾਨੀ ਕਿ ਹੁਣ ਕਰੋਨਾ ਵਾਇਰਸ ਦੇ ਦੌਰਾਨ ਪਿਆ ਹੈ। ਮੈਂ ਅਰਵਿੰਦਰਪਾਲ ਸਿੰਘ ਰਾਇਲ ਟਰੈਵਲਸ ਤੋਂ ਔਰ ਪਿਛਲੇ ਲਗਭਗ 20 ਸਾਲ ਤੋਂ ਵੱਧ ਸਮਾਂ ਹੋ ਗਿਆ ਮੈਨੂੰ ਇਸ ਇੰਡਸਟਰੀ ਦੇ ਵਿੱਚ ਕੰਮ ਕਰਦੇ ਹੋਏ। ਜਿੱਦਾਂ ਕਿ ਇਹ ਜਿਹੜਾ ਲੋਕਡਾਊਨ ਤੋਂ ਕਰਕੇ ਚੱਲਿਆ, ਜਿਹੜਾ 2 ਮਹੀਨੇ ਸਭ ਕੁਝ ਬੰਦ ਸੀ, ਤੁਹਾਨੂੰ ਕੀ ਲੱਗਦਾ ਜਿਹੜੇ ਜਿਹੜਾ ਟਰੈਵਲਿੰਗ ਵੀਜ਼ਾ ਵਗੈਰਾ ਸੀ, ਇੰਡਸਟਰੀ ਨੂੰ ਇਹਦੀ ਕੀ ਨੁਕਸਾਨ ਹੋਇਆ, ਕਿੱਦਾਂ ਦਾ ਰਿਹਾ ਇਹ ਸਭ ਕੁਝ? ਇਹ ਇਸ ਟਾਈਮ ਕਾਫੀ ਹਿੱਟ ਹੋਇਆ ਬਿਕੋਜ਼ ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਬਿਕੋਜ਼ 9/11 ਤੋਂ ਬਾਅਦ 9/11 ਵੀ ਇੱਕ ਇੱਦਾਂ ਦਾ ਸਮਾਂ ਆਇਆ ਸੀਗਾ ਜਦੋਂ ਵਰਲਡ ਟ੍ਰੇਡ ਸੈਂਟਰ ਦੇ ਉੱਪਰ ਅਟੈਕ ਹੋਇਆ ਸੀ, ਉਦੋਂ ਵੀ ਟੂਰਿਜ਼ਮ ਨੂੰ ਬਹੁਤ ਜ਼ਿਆਦਾ ਹਿੱਟ ਹੋਇਆ ਸੀ। ਔਰ ਇੰਟਰਨੈਸ਼ਨਲ ਟਰੈਵਲ ਦੀ ਗੱਲ ਕਰਾਂ ਤਾਂ ਉਸ ਤੋਂ ਬਾਅਦ ਇਹ ਪਹਿਲਾ ਸਮਾਂ ਆ ਕਿ ਇੰਟਰਨੈਸ਼ਨਲ ਟਰੈਵਲ ਅਗੇਨ ਹਿੱਟ ਹੋਇਆ। ਬਿਕੋਜ਼ ਇੰਨੇ ਸਮੇਂ ਦੇ ਵਿੱਚ ਅਸੀਂ ਸਾਰੇ ਬਹੁਤ ਸੈਰ ਕਰਨ ਲੱਗ ਪਏ ਸੀ, ਬਹੁਤ ਘੁੰਮਣ ਫਿਰਨ ਲੱਗ ਪਏ ਸੀ, ਸਾਡੀਆਂ ਖੁਸ਼ੀਆਂ ਖੇੜੇ ਸਾਰੀਆਂ ਚੀਜ਼ਾਂ ਦੇ ਨਾਲ ਐਸੋਸੀਏਟ ਹੋ ਗਈਆਂ ਸੀ। ਈਵਨ ਅਸੀਂ ਪਹਿਲਾਂ ਇੱਕ ਸਮਾਂ ਸੀ 10-15 ਸਾਲ ਪਹਿਲਾਂ ਅਸੀਂ ਬੈਗ ਪੈਕ ਕਰਦੇ ਸੀ, ਈਵਨ ਸ਼ਿਮਲੇ ਵੀ ਜਾਣਾ ਹੁੰਦਾ ਸੀ, ਅਸੀਂ ਇੱਦਾਂ ਹੀ ਜਾ ਕੇ ਉੱਥੇ ਜਾ ਕੇ ਕਮਰੇ ਲੱਭਦੇ ਸੀ। ਪਰ ਇੰਨਾ ਕੁ ਆਰਗੇਨਾਈਜ਼ ਹੋ ਗਿਆ ਸੀ ਸਾਰਾ ਕੁਝ ਹੁਣ ਕਿ ਹੁਣ ਅਸੀਂ ਹਰ ਇੱਕ ਚੀਜ਼ ਪਲੈਨਡ ਚੱਲਦੇ ਸੀ। ਸੋ ਔਰ ਇਹ ਇਕੱਲਾ ਇੰਟਰਨੈਸ਼ਨਲ ਟਰੈਵਲ ਨਹੀਂ, ਜਿਹੜਾ ਈਵਨ ਸਾਡਾ ਡੋਮੈਸਟਿਕ ਟਰੈਵਲ ਆ, ਡੋਮੈਸਟਿਕ ਟਰੈਵਲ ਦੇ ਵਿੱਚ ਵੀ ਸਾਡੀ ਲਾਈਫ ਚੇਂਜ ਹੋ ਗਈਆਂ ਸੀ ਕਿ ਅਸੀਂ ਹਰ ਇੱਕ ਚੀਜ਼ ਟੂਰਿਜ਼ਮ ਜਿੰਨਾ ਇੰਟਰਨੈਸ਼ਨਲ ਗਰੋ ਹੋਇਆ ਉਨਾ ਹੀ ਡੋਮੈਸਟਿਕ ਟੂਰਿਜ਼ਮ ਵੀ ਗਰੋ ਹੋਇਆ। ਸੋ ਟੂਰਿਜ਼ਮ ਦੇ ਵਿੱਚ ਅਸੀਂ ਟੂਰਿਜ਼ਮ ਸੈਂਸ ਇੱਕ ਸਾਨੂੰ ਆ ਗਈ ਸੀ ਜਿਹਦੇ ਨਾਲ ਅਸੀਂ ਸੈਰ ਸਪਾਟਾ ਕਰਨਾ ਸ਼ੁਰੂ ਕਰ ਦਿੱਤਾ ਸੀ। ਔਰ ਯੈਸ, ਇਹ ਪਹਿਲੀ ਵਾਰੀ ਆ ਬਹੁਤ ਲੰਬੇ ਸਮੇਂ ਬਾਅਦ ਕਿ ਇਹ ਇੰਨਾ ਹੀ ਜ਼ਿਆਦਾ ਹਿੱਟ ਹੋਇਆ ਹੈ। ਤੁਹਾਨੂੰ ਕੀ ਲੱਗਦਾ ਜਿਹੜਾ ਲੋਸ ਤੁਹਾਡੀ ਇੰਡਸਟਰੀ ਨੂੰ ਇਹਨੂੰ ਆਉਣ ਵਾਲੇ ਟਾਈਮ 'ਚ ਅਗਰ ਕਵਰ ਕਰਨਾ ਹੈਗਾ, ਕਿੰਨਾ ਕੁ ਟਾਈਮ ਲੱਗੇਗਾ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਜਾਂ 2 ਮੰਥ ਦੇ ਵਿੱਚ ਹੋਇਆ 55 ਦਿਨਾਂ ਦਾ ਕਰਫਿਊ ਸੀ? ਸੋ ਇਹ ਕਵਰ ਅਪ ਹੋਣਾ ਤੇ ਮੁਸ਼ਕਲ ਆ ਬਿਕੋਜ਼ ਸਾਨੂੰ ਹੁਣ ਇਹ ਆ ਕਿ ਇਹਦੇ ਨਾਲ ਬਦਲਾਅ, ਇਹ ਬੇਸਿਕਲੀ ਇੱਕ ਟਰਾਂਸਫਾਰਮੇਸ਼ਨ ਪੀਰੀਅਡ ਆ, ਇਹ ਬਦਲਾਵ ਹੈ। ਇਹ ਜਿੱਦਾਂ ਸਾਨੂੰ ਪ੍ਰਕਿਰਤੀ, ਜਿੱਦਾਂ ਸਾਨੂੰ ਕੋਵਿਡ-19, ਇਹ ਸਾਡੇ ਲਈ ਇੱਕ ਟਰਾਂਸਫਾਰਮੇਸ਼ਨ ਦਾ ਪੀਰੀਅਡ ਹੈ। ਇਹ ਬਹੁਤ ਕੁਝ ਸਾਨੂੰ ਸਿਖਾ ਕੇ ਜਾ ਰਿਹਾ। ਸੋ ਤੁਸੀਂ ਵੇਖੋ ਸਾਡੀਆਂ ਹੁਣ ਅਸੀਂ ਘੁੰਮਣ ਫਿਰਦੇ ਜਾਂਦੇ ਹਾਂ ਤਾਂ ਸਾਡੀਆਂ ਆਪਣੀਆਂ ਆਪਰੇਸ਼ਨ ਥੀਏਟਰ ਵਾਲੇ ਡਾਕਟਰ ਵਰਗੀਆਂ ਸ਼ਕਲਾਂ ਹੋ ਗਈਆਂ। ਸੋ ਇਹ ਸਾਡੇ ਲਈ ਇੱਕ ਲਰਨਿੰਗ ਫੇਸ ਹੈ। ਸੋ ਇਹਦੇ ਨਾਲ ਸਾਰੀ ਇੰਡਸਟਰੀ ਨੂੰ ਤਿਆਰ ਹੋ ਕੇ ਚੱਲਣਾ ਪਊਗਾ ਕਿ ਪਹਿਲਾਂ ਅਸੀਂ ਕਦੀ ਵੀ ਹਾਈਜੀਨ ਦਾ, ਪਹਿਲਾਂ ਕਦੀ ਵੀ ਹੈਲਥ ਕੇਅਰ ਦਾ, ਈਵਨ ਸਾਡੀ ਗਵਰਨਮੈਂਟ ਕਦੀ ਹੈਲਥ ਕੇਅਰ ਸਭ ਤੋਂ ਇਗਨੋਰਡ ਪਾਰਟ ਹੈ। ਸੋ ਹੈਲਥ ਕੇਅਰ, ਟੂਰਿਜ਼ਮ, ਹੈਲਥ ਕੇਅਰ ਦੇ ਉੱਪਰ ਬਹੁਤ ਸਾਰੀਆਂ ਜਿਹੜਾ ਧਿਆਨ ਦੇਣ ਦੇ ਨਾਲ, ਔਰ ਬਿਕੋਜ਼ ਟੂਰਿਜ਼ਮ ਬਹੁਤ ਵੱਡਾ ਸੈਕਟਰ ਆ, ਸੋ ਇਹਦੇ ਨਾਲ ਹੀ ਟੂਰਿਜ਼ਮ ਹੈ। ਬਿਕੋਜ਼ ਹੁਣ ਸਾਨੂੰ ਇਹ ਚੀਜ਼ਾਂ ਨੂੰ ਵਿੱਚ ਇਨਕਲੂਡ ਕਰਕੇ ਚੱਲਣਾ ਪਊਗਾ। ਔਰ ਯੈਸ, ਇਹਨੂੰ ਅਸੀਂ ਜੇ ਕਹੀਏ ਕਿ ਪਿਛਲਾ ਕਵਰ ਅਪ ਹੋਵੇ, ਇੱਦਾਂ ਤਾਂ ਨਹੀਂ। ਅਸੀਂ ਸਿਰਫ ਲੋਕਾਂ ਨੂੰ ਦੁਬਾਰਾ ਆਦਤ ਪਾ ਸਕੀਏ ਕਿ ਬਿਕੋਜ਼ ਜਿਹੜਾ ਟੂਰਿਜ਼ਮ ਆ ਇਹ ਤੁਹਾਡੀਆਂ ਖੁਸ਼ੀਆਂ ਦੇ ਨਾਲ ਆ, ਇਹ ਤੁਹਾਡੇ ਸਵਸਥ ਰਹਿਣ ਦੇ ਨਾਲ ਆ, ਇਹ ਤੁਹਾਡੇ ਜਦੋਂ ਹੱਸਦੇ ਚਿਹਰਿਆਂ ਦੇ ਨਾਲ ਆ। ਬਿਕੋਜ਼ ਤੁਸੀਂ ਰੋਣੀ ਸੂਰਤ ਰਹਿ ਕੇ ਟੂਰਿਜ਼ਮ ਲਈ, ਹੌਲੀਡੇਇੰਗ ਲਈ ਨਹੀਂ ਜਾਂਦੇ। ਸੋ ਅਗਰ ਤੁਸੀਂ ਖੁਸ਼ ਹੋ ਤੇ ਯੈਸ, ਇਹ ਸਮਾਂ ਬਹੁਤ ਜਲਦੀ ਵਾਪਸ ਆ ਜਾਏਗਾ ਬਿਕੋਜ਼ ਅਸੀਂ ਬਹੁਤ ਸਾਰੇ ਲੋਕ ਆ, ਇੱਕ ਬਹੁਤ ਵੱਡੀ ਮਾਰਕੀਟ ਆ। ਕੰਟੀਨਿਊ। ਸੋ ਬਿਕੋਜ਼ ਇਹ ਬਹੁਤ ਵੱਡੀ ਮਾਰਕੀਟ ਹੈ। ਸੋ ਹੌਲੀ ਹੌਲੀ ਤੁਸੀਂ ਵੇਖੋਗੇ ਇਹਦਾ ਅਸਰ ਤੁਹਾਡੀਆਂ ਲਾਈਫ ਦੇ ਉੱਪਰ, ਇਹ ਰੂਟੀਨ ਦੇ ਵਿੱਚ ਸ਼ਾਮਲ ਹੋ ਜਾਣਾ। ਔਰ ਕੋਈ ਵੀ ਇੰਡਸਟਰੀ ਖਤਮ ਨਹੀਂ ਹੋ ਚੱਲੀ, ਠੀਕ ਹੈ, ਥੋੜਾ ਸਮਾਂ ਹੈਗਾ, ਹਿੱਟ ਹੈਗਾ। ਇਹ ਤੁਹਾਡਾ ਟ੍ਰਾਂਜੀਸ਼ਨ ਪੀਰੀਅਡ ਹੈ, ਤੁਹਾਡਾ ਲਰਨਿੰਗ ਪੀਰੀਅਡ ਆ, ਔਰ ਉਮੀਦ ਆ ਇਸ ਤੋਂ ਅਸੀਂ ਬਹੁਤ ਜਲਦੀ ਉੱਭਰ ਆਵਾਂਗੇ। ਜਿੱਦਾਂ ਕਿ ਜਦੋਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਇੰਟਰਨੈਸ਼ਨਲ ਫਲਾਈਟ ਜਦੋਂ ਵੀ ਚੱਲਣਗੀਆਂ, ਤੁਹਾਨੂੰ ਲੱਗਦਾ ਕਿ ਲੋਕਾਂ ਦੇ ਦਿਲ ਦੇ ਵਿੱਚ ਇਸ ਟਾਈਮ ਜੋ ਵਹਿਮ ਹੈਗਾ ਬਾਹਰ ਜਾਂਦਾ, ਉਹ ਕੀ ਹੋਏਗਾ ਇਹਦੇ ਰਿਲੇਟਡ ਅਗਰ ਗੱਲ ਕਰੀਏ? ਇਹ ਇਕੱਲਾ ਟੂਰਿਜ਼ਮ ਦੇ ਨਾਲ ਨਹੀਂ, ਇਹ ਅਗਰ ਤੁਹਾਡੇ ਬੱਚਿਆਂ ਦਾ ਸਕੂਲ ਅੱਜ ਓਪਨ ਹੋ ਜਾਵੇ, ਤੁਸੀਂ ਕੱਲ ਨੂੰ ਬੱਚੇ ਸਕੂਲ ਨਹੀਂ ਭੇਜਣੇ। ਸੋ ਉਹਦਾ ਡਰ ਹੈ, ਤਾਂ ਹੀ ਕਹਿ ਰਿਹਾ ਕਿ ਜਿਹੜਾ ਟੂਰਿਜ਼ਮ ਆ ਤੁਹਾਡੀ ਖੁਸ਼ੀਆਂ ਦੇ ਨਾਲ ਹੈ।
ਸੋ ਜਿੱਦਣ ਤੁਸੀਂ ਖੁਸ਼ ਹੋਗੇ, ਜਿੱਦਣ ਤੁਹਾਡੀ ਲਾਈਫ 'ਚ ਰੌਣਕ ਵਾਪਸ ਆ ਗਈ, ਜਿੱਦਣ ਤੁਹਾਡੇ ਲਾਈਫ 'ਚੋਂ ਡਰ ਖਤਮ ਹੋ ਗਿਆ, ਜਿੱਦਣ ਤੁਹਾਨੂੰ ਕਿਤੇ ਜਾ ਕੇ ਕੋਈ ਭੈ ਭੀਤ ਨਹੀਂ ਹੋ ਰਹੇ, ਸੋ ਟੂਰਿਜ਼ਮ ਉਦੋਂ ਤੋਂ ਸ਼ੁਰੂ ਆ। ਟੂਰਿਜ਼ਮ ਦਾ ਬਹੁਤ ਸਿੱਧਾ ਸੰਬੰਧ ਤੁਹਾਡੀ ਖੁਸ਼ੀ ਦੇ ਨਾਲ ਆ, ਤੁਹਾਡੇ ਖੇੜਿਆਂ ਦੇ ਨਾਲ ਆ। ਸੋ ਜਦੋਂ ਸਾਡਾ ਸਾਰਾ ਸਮਾਜ ਇੱਕ ਖੁਸ਼ਨੁਮਾ ਮਾਹੌਲ ਦੇ ਵਿੱਚ ਆ ਜਾਊਗਾ, ਜਦੋਂ ਤੁਹਾਡੀਆਂ ਰੂਟੀਨ ਅਰਨਿੰਗਸ ਆ ਜਾਣਗੀਆਂ, ਜਦੋਂ ਤੁਹਾਡੀ ਜੇਬ ਦੇ ਵਿੱਚ ਪਰਚੇਜ਼ਿੰਗ ਪਾਵਰ ਆ ਜਾਏਗੀ, ਟੂਰਿਜ਼ਮ ਆਪਣੇ ਆਪ ਦੁਬਾਰਾ ਆਪਣਾ ਰਫਤਾਰ ਪਕੜ ਲਏਗਾ। ਸਾਫ਼ ਤੌਰ ਤੇ ਜੇ ਗੱਲ ਕਰੀਏ ਇਹੀ ਹੈ ਕਿ ਜਦੋਂ ਇਹ ਮਹਾਮਾਰੀ ਖਤਮ ਹੁੰਦੀ ਹੈ ਉਸ ਤੋਂ ਬਾਅਦ ਸਭ ਕੁਝ ਨੋਰਮਲ ਹੁੰਦਾ, ਉਸ ਤੋਂ ਬਾਅਦ ਹੀ ਇਹ ਸਭ ਚੱਲੇਗਾ। ਯੈਸ, ਡੋਮੈਸਟਿਕ ਦੇ ਵਿੱਚ ਤੇ ਇਸੇ ਤਰੀਕੇ ਨਾਲ ਹੀ ਆ। ਅਗਰ ਅਸੀਂ ਇੰਟਰਨੈਸ਼ਨਲ ਟਰੈਵਲ ਦੀ ਗੱਲ ਕਰਾਂਗੇ ਤੇ ਉਹਦੇ ਵਿੱਚ ਇਸ ਟਾਈਮ ਅੰਬੈਸੀਜ਼ ਵੇਟ ਕਰ ਰਹੀਆਂ ਨੇ ਕਲਾਇੰਟਸ ਦੀ। VFS ਸੈਂਟਰਸ ਓਪਨ ਹੋ ਗਏ ਨੇ, ਈਵਨ ਮੋਬਾਈਲ ਮਤਲਬ ਉਹਨਾਂ ਨੇ ਕਰਤਾ ਕਿ ਜਿਹੜਾ VFS ਸੈਂਟਰ ਤੋਂ ਇੰਪਲੋਈਜ਼ ਘਰ ਜਾ ਕੇ ਬਾਇਓਮੈਟ੍ਰਿਕ ਅੰਗੂਠਿਆਂ ਦੇ ਨਿਸ਼ਾਨ ਜਿਹੜੀ ਐਪਲੀਕੇਸ਼ਨ ਲਾਉਣ ਨੂੰ ਲੱਗਦੀ ਉਹ ਘਰ ਜਾ ਕੇ ਲੈ ਲਿਆ ਕਰਨਗੇ। ਸੋ ਬਹੁਤ ਸਾਰੇ ਟੂਰਿਜ਼ਮ ਬੋਰਡ, ਡੈਸਟੀਨੇਸ਼ਨ ਮੈਨੇਜਮੈਂਟ ਕੰਪਨੀਆਂ ਔਰ ਜਿੰਨੇ ਵੀ ਬਾਹਰਲੇ ਮੁਲਕ ਨੇ ਜਿਹੜੇ ਟੂਰਿਜ਼ਮ ਦੇ ਨਾਲ ਜਿਨ੍ਹਾਂ ਦਾ ਇਕਨੋਮੀ ਚੱਲਦੀ ਹੈ, ਉਹ ਬਹੁਤ ਈਗਰਲੀ ਇਨਕਲੂਡਿੰਗ 에ਅਰਲਾਈਨਸ, ਬਿਕੋਜ਼ ਇਹ ਬਹੁਤ ਜ਼ਿਆਦਾ ਲੋਕ ਨੇ ਇਸ ਇੰਡਸਟਰੀ ਦੇ ਨਾਲ ਜੁੜੇ ਹੋਏ। ਸੋ ਉਹ ਸਾਰੇ ਬਹੁਤ ਈਗਰ ਨੇ। ਬਸ ਹੁਣ ਵੇਟ ਤੁਹਾਡੀ ਹੋ ਰਹੀ ਹੈ ਕਿ ਤੁਹਾਡਾ ਡਰ ਕਿੱਦਾਂ ਨਿਕਲ ਰਿਹਾ, ਬਿਕੋਜ਼ ਤੁਸੀਂ ਇਸ ਸਮਾਜ ਦਾ ਹਿੱਸਾ ਹੋ। ਜਦੋਂ ਤੁਸੀਂ ਬਾਹਰ ਅੰਦਰ ਜਾਣੋ ਤੁਸੀਂ ਡਰ ਗਏ, ਡਰ ਜਦ ਤੱਕ ਤੁਹਾਡੇ ਮਨ 'ਚ ਡਰ ਹੈ ਤਦ ਤੱਕ ਤੁਸੀਂ ਫ੍ਰੀਲੀ ਮੂਵ ਨਹੀਂ ਕਰ ਸਕੋਗੇ। ਸੋ ਜਦੋਂ ਤੁਹਾਡੇ ਮਨ 'ਚੋਂ ਉਹ ਡਰ ਨਿਕਲੇਗਾ, ਤੁਸੀਂ ਉਦੋਂ ਖੁਸ਼ੀਆਂ ਨਾਲ ਇਕੱਠੇ ਹੋਣ ਲੱਗੇ, ਜਾਣ ਲੱਗੇ। ਸੋ ਦੋ ਗੱਲਾਂ ਨੇ, ਜਾਂ ਤੁਹਾਨੂੰ ਇਹਦੇ ਨਾਲ COVID-19 ਜਿਹੜਾ ਸਮਾਂ ਆਇਆ, ਜਾਂ ਤੁਹਾਨੂੰ ਇਹਦੇ ਨਾਲ ਰਹਿਣਾ ਆ ਜਾਵੇ, ਜਾਂ ਤੁਹਾਨੂੰ ਇਹਦੇ ਨਾਲ ਬਚਾਅ ਦਾ ਤਰੀਕਾ ਆ ਜਾਵੇ। ਸੋ ਇਹ ਦੋਨੋਂ ਸਿਚੁਏਸ਼ਨਸ ਦੇ ਵਿੱਚੋਂ ਜਿੱਦਾਂ ਹੀ ਕੋਈ ਸਿਚੁਏਸ਼ਨ ਸਾਡੇ ਸਮਾਜ ਦੇ ਵਿੱਚ ਫਿੱਟ ਹੋਏਗੀ, ਅਸੀਂ ਇੱਕਦਮ ਫਿਰ ਓਪਨ ਅਪ ਹੋ ਜਾਵਾਂਗੇ। ਬਿਕੋਜ਼ ਇੰਡੀਆ ਬਹੁਤ ਵੱਡੀ ਮਾਰਕੀਟ ਆ, ਇੱਕ ਬਹੁਤ ਵੱਡਾ ਜਨ ਸਮੂਹ ਆ, ਔਰ ਆਪਣੇ ਆਪ ਦੇ ਵਿੱਚ ਹੀ ਅਗਰ ਅਸੀਂ ਟੂਰਿਜ਼ਮ ਦੀ ਗੱਲ ਕਰੀਏ ਤਾਂ ਅਸੀਂ ਖੁਦ ਇੰਨੇ ਕੁ ਲੋਕ ਆ ਕਿ ਇਸ ਇੰਡਸਟਰੀ ਨੂੰ ਅਸੀਂ ਅੰਦਰ ਖਾਤੇ ਹੀ ਚਲਾ ਸਕਦੇ ਹਾਂ। ਸੋ ਬਸ ਸਮਾਂ ਹੋਈ ਆ ਵੀ ਤੁਹਾਡੀ ਖੁਸ਼ੀਆਂ ਕਦੋਂ ਵਾਪਸ ਆ ਰਹੀਆਂ, ਸੋ ਉਸੇ ਦੇ ਨਾਲ ਹੀ ਅਸੀਂ ਅੱਗੇ ਚੱਲ ਰਹੇ ਹਾਂ। ਤੁਹਾਨੂੰ ਕੀ ਲੱਗਦਾ ਹੈ ਜਦੋਂ ਆਉਣ ਵਾਲੇ ਟਾਈਮ 'ਚ ਸਭ ਨੋਰਮਲ ਹੋ ਜਾਏਗਾ, ਵੀਜ਼ੇ ਜਿਹੜੇ ਹੈਗੇ ਉਹਨਾਂ ਦੀ ਗਿਣਤੀ ਵਗੈਰਾ ਘਟੇਗੀ? ਨਹੀਂ, ਵੀਜ਼ਿਆਂ ਦੀ ਗਿਣਤੀ ਨਹੀਂ ਘਟੇਗੀ। ਅਗੇਨ ਮੈਂ ਜਿੱਦਾਂ ਹੁਣੇ ਜ਼ਿਕਰ ਕਰਕੇ ਹਟਿਆ ਕਿ 에ਅਰਲਾਈਨਸ, ਟੂਰਿਜ਼ਮ ਬੋਰਡਸ, ਅੰਬੈਸੀਜ਼ ਜਿਹੜੇ ਕੰਟਰੀਜ਼ ਨੂੰ ਟੂਰਿਜ਼ਮ ਚਲਾ ਰਿਹਾ, ਤਾਂ ਦੁਨੀਆ ਦੇ ਬਹੁਤ ਸਾਰੇ ਕੰਟਰੀਜ਼ ਆ, ਅਗਰ ਤੁਸੀਂ 10-15 ਸਾਲ ਪਹਿਲਾਂ ਵੇਖੋ ਤੇ ਉਹ ਵਰਲਡ ਮੈਪ ਦੇ ਉੱਪਰ ਦਿਖਦੇ ਨਹੀਂ ਸੀ, ਜਿੱਦਾਂ ਕਿ ਥਾਈਲੈਂਡ, ਮਲੇਸ਼ੀਆ, ਸਿੰਗਾਪੁਰ, ਇੰਡੋਨੇਸ਼ੀਆ, ਹਾਂਗਕਾਂਗ, ਦੁਬਈ, ਮੌਰੀਸ਼ੀਅਸ। ਇਹ ਉਹ ਸਾਰੇ ਮੁਲਕ ਨੇ ਜਿਹੜੇ ਰਾਤੋਂ ਰਾਤ ਜਗੇ ਨੇ। ਜਗੇ ਕਾਹਦੇ ਨੇ? ਟੂਰਿਜ਼ਮ ਦੇ ਪੈਸੇ ਤੋਂ। ਸੋ ਟੂਰਿਜ਼ਮ ਦੇ ਵਿੱਚ ਬਹੁਤ ਵੱਡੀ ਤਾਕਤ ਹੈ। ਟੂਰਿਜ਼ਮ 'ਚ ਇੰਨਾ ਕੁ ਪੈਸਾ ਹੁੰਦਾ ਕਿ ਕਿਸੇ ਵੀ ਕੰਟਰੀ ਦੀ ਇਕਨੋਮੀ ਨੂੰ ਮੋਬਿਲਾਈਜ਼ ਕਰ ਸਕਦਾ। ਸੋ ਯੈਸ, ਤੁਸੀਂ ਟੂਰਿਜ਼ਮ ਦੀ ਤੁਸੀਂ ਪਾਵਰ ਵੇਖੋ, ਔਰ ਇਸੇ ਕਰਕੇ ਹੀ ਅੰਬੈਸੀਜ਼ ਕਦੀ ਵੀ ਟੂਰਿਸਟ ਵੀਜ਼ਾਸ ਤੋਂ ਪਿੱਛੇ ਨਹੀਂ ਹਟਣਗੀਆਂ। ਸੋ ਰਾਦਰ ਵੀਜ਼ਾਸ ਘਟਣਗੀ, ਵੀਜ਼ਾਸ ਦਾ ਕੋਟਾ ਵਧੇਗਾ। ਸੋ ਅੰਬੈਸੀ ਦੇ ਵਿੱਚ ਜਾਣ ਵਾਲੇ ਲੋਕਾਂ ਦੀ ਤਾਦਾਦ ਘਟਦੀ ਹੈ ਕਿ ਵੱਧਦੀ ਹੈ, ਬਿਕੋਜ਼ ਉਹ ਸਿੱਧਾ ਤੁਹਾਡੀ ਪਾਕਟ ਦੇ ਨਾਲ ਆ ਕਿ ਅਗਰ ਤੁਹਾਡੀ ਪਾਕਟ ਦੇ ਵਿੱਚ ਪਰਚੇਜ਼ਿੰਗ ਪਾਵਰ ਹੋਏਗੀ ਤਾਂ ਤੁਸੀਂ ਅੰਬੈਸੀ ਜਾਓਗੇ। ਸੋ ਸਿੱਧਾ ਤੁਹਾਡੀ ਇਨਕਮ ਦੇ ਨਾਲ ਇਹ ਸੰਬੰਧਤ ਹੈ। ਸੋ ਅੰਬੈਸੀਜ਼ ਦੇ ਵਿੱਚ ਕੋਟਾ ਨਹੀਂ ਘਟਣ ਲੱਗਾ, ਅੰਬੈਸੀਜ਼ ਵਿੱਚ ਵੀਜ਼ਾਸ ਨਹੀਂ ਵਧਣ ਲੱਗੇ, ਉਹ ਘਟਣ ਲੱਗੇ ਸੌਰੀ। ਸਗੋਂ ਅੰਬੈਸੀ ਦੇ ਵਿੱਚ ਵੀਜ਼ਾਸ ਇਨਕਰੀਜ਼ ਹੋਣਗੇ, ਕੋਟਾ ਹੋਰ ਈਜ਼ੀ ਹੋਏਗਾ। ਬਿਕੋਜ਼ ਤੁਸੀਂ ਇਹ ਵੇਖੋਗੇ ਅੰਬੈਸੀ ਦੀਆਂ ਜਿਹੜੀਆਂ ਸ਼ਰਤਾਂ ਸੀਗੀਆਂ ਉਹ ਥੋੜੀਆਂ ਨਰਮ ਹੋਣਗੀਆਂ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸਹੂਲੀਅਤ ਮਿਲ ਸਕੇ ਜਾਣ ਦੀ। ਅੱਛਾ, ਇੱਕ ਮੈਂ ਸਵਾਲ ਆਪਣੇ ਤੋਂ ਇੱਕ ਪੁੱਛਣਾ ਚਾਹੁੰਦਾ ਕਿ ਆਉਣ ਵਾਲੇ ਟਾਈਮ 'ਚ ਜਦੋਂ ਵੀ ਸਭ ਕੁਝ ਨੋਰਮਲ ਹੋਏਗਾ, ਤੁਹਾਨੂੰ ਕੀ ਲੱਗਦਾ ਜਿਹੜੇ ਟੂਰਿਸਟ ਵੀਜ਼ਾ ਦੇ ਪੈਕੇਜ ਹੁੰਦੇ ਸੀ ਉਹਦੇ ਵਿੱਚ ਵੀ ਕੁਝ ਬਦਲਾਅ ਆਏਗਾ ਜਾਂ ਵਧਣਗੇ? ਆਬਵੀਅਸਲੀ ਜਦੋਂ ਕਿਸੇ ਇੱਕ ਚੀਜ਼ ਨੂੰ ਰਫ਼ਤਾਰ ਪਕੜਾਉਣੀ ਹੈ, ਤੁਸੀਂ ਦੇਖੋ ਸਾਡਾ ਆਟੋ ਸੈਕਟਰ ਥੱਲੇ ਡਿੱਗਿਆ, ਤੇ ਤੁਸੀਂ ਜਦੋਂ ਦਾ ਥੱਲੇ ਡਿੱਗਿਆ ਤੁਸੀਂ ਵੇਖ ਰਹੇ ਹੋ ਕਿ ਹਰ ਇੱਕ ਕਾਰ ਦੇ ਪਿੱਛੇ 40-40, 50,000, ਲੱਖ ਰੁਪਏ ਤੱਕ ਦੇ ਆਫਰ ਚੱਲ ਰਹੇ ਨੇ। ਉਹ ਹੁੰਦਾ ਕਿ ਕਲਾਇੰਟਸ ਨੂੰ ਲਿਓਰ ਕਰਨ ਲਈ। ਸੋ ਇੰਡਸਟਰੀ ਟੂਰਿਜ਼ਮ ਵੀ ਇਹੀ ਆ। ਸੋ ਕਿਸੇ ਵੀ ਇੰਡਸਟਰੀ ਨੂੰ ਜਦੋਂ ਰਫ਼ਤਾਰ ਪਕੜਾਉਣੀ ਆ, ਤੁਸੀਂ ਵੇਖਦੇ ਸੀ ਕਿ ਥਾਈਲੈਂਡ ਤੁਹਾਡੇ ਤੋਂ ਗੋਆ ਤੋਂ ਸਸਤਾ ਹੈ। ਸੋ ਇਸੇ ਕਰਕੇ ਲੋਕੀ ਇੰਟਰਨਲ ਟੂਰਿਜ਼ਮ ਨੂੰ ਛੱਡ ਕੇ ਬਾਹਰ ਇੰਟਰਨੈਸ਼ਨਲ ਟੂਰਿਜ਼ਮ ਦੇ ਉੱਪਰ ਚੱਲ ਰਹੇ ਸੀ। ਸੋ ਯੈਸ, ਇਹਦੇ ਵਿੱਚ ਬਹੁਤ ਸਾਰੀਆਂ ਆਫਰਸ ਮਿਲਣਗੀਆਂ, ਬਿਕੋਜ਼ ਜਿਹੜੇ ਆਲਰੇਡੀ ਪ੍ਰਾਪਰਟੀਜ਼ ਬਣ ਚੁੱਕੀਆਂ ਨੇ ਉਹਨਾਂ ਨੇ ਸਰਵਾਈਵ ਕਰਨਾ। ਬੰਦ ਰਹਿਣ ਨੂੰ, ਖਾਲੀ ਰਹਿਣ ਤੋਂ ਚੰਗਾ ਕਿ ਉਹ ਈਜ਼ੀ ਆਫਰਸ ਦੇ। ਸੋ ਇਹਦੇ ਵਿੱਚ ਬਹੁਤ ਸਾਰੀਆਂ ਆਫਰਸ ਮਿਲਣਗੀਆਂ। ਸੋ ਤੁਹਾਡੇ ਟੂਰ ਸਸਤੇ ਹੋਣ ਵਾਲੇ ਨੇ। ਸੋ ਤੁਹਾਨੂੰ ਇਸ ਟਾਈਮ ਲੱਗ ਰਿਹਾ ਕਿ ਸ਼ਾਇਦ 에ਅਰਲਾਈਨਸ ਮਹਿੰਗੀਆਂ ਨੇ। 에ਅਰਲਾਈਨਸ ਤਾਂ ਮਹਿੰਗੀਆਂ ਨੇ ਬਿਕੋਜ਼ ਆਪਰੇਟਿੰਗ ਐਕਸਪੈਂਸਿਸ ਉਹਨਾਂ ਦੇ ਜ਼ਿਆਦਾ ਲੱਗ ਰਹੇ ਆ ਔਰ ਕਲਾਇੰਟਸ ਘੱਟ ਨੇ। ਜਦੋਂ ਕਲਾਇੰਟਸ ਦੀ ਗਿਣਤੀ ਵੱਧ ਗਈ, ਤੁਸੀਂ ਪਹਿਲਾਂ ਵੀ ਤਾਂ ਵੇਖਿਆ ਕਿ ਰੁਪਏ ਦੇ ਵਿੱਚ 에ਅਰਲਾਈਨ ਮਤਲਬ ਆਫਰ ਹੁੰਦੀਆਂ ਸੀਗੀਆਂ, ਬਾਕੀ ਉਹਦੇ ਉੱਪਰ ਟੈਕਸਿਸ ਹੁੰਦੇ ਸੀ, ਰਿਟਰਨ ਫਲਾਈਟ ਦਾ ਕੁਝ ਨਾ ਕੁਝ ਪਾ ਲੈਂਦੇ ਸੀ। ਸੋ ਆਫਰਸ ਬਹੁਤ ਜ਼ਿਆਦੀਆਂ ਵਧਣਗੀਆਂ।
ਸੋ ਤੁਸੀਂ ਇਹ ਜਿਹੜਾ ਆਉਣ ਵਾਲਾ ਸਮਾਂ ਆ ਇਹਦੇ ਲਈ ਤਿਆਰ ਰਹੋ। ਅਗਰ ਇਫ ਯੂ ਰੀਅਲੀ ਲਵ ਟੂ ਟਰੈਵਲ, ਅਗਰ ਤੁਸੀਂ ਘੁੰਮਣ ਫਿਰਨ ਦੇ ਸ਼ੌਕੀਨ ਹੋ ਤੇ ਆਪਣੇ ਮਨ ਚੋਂ ਇਹ ਕੱਢ ਦਿਓ ਕਿ ਕਿਤੇ ਤੁਹਾਡੀ ਬ੍ਰੇਕ ਲੱਗ ਚੱਲੀ ਆ, ਕਿਤੇ ਸਮਾਂ ਰੁਕ ਚੱਲਿਆ। ਇਹ ਜ਼ਿੰਦਗੀ ਆ, ਇਹ ਇਸੇ ਤਰ੍ਹਾਂ ਚੱਲਦੀ ਰਹੀ ਆ। ਕਈ ਸਮੇਂ ਆਏ, ਕਈ ਸਮੇਂ ਚੱਲ ਗਏ। ਸੋ ਅਸੀਂ ਹਮੇਸ਼ਾ ਜਿਉਂਦੇ, ਜਿਹੜਾ ਜ਼ਿੰਦਗੀ ਆ ਉਹ ਰਫ਼ਤਾਰ ਦੇ ਨਾਲ ਆ। ਸੋ ਜ਼ਿੰਦਗੀ ਉਮੀਦ ਦੇ ਨਾਲ ਆ, ਜ਼ਿੰਦਗੀ ਆਸ ਦੇ ਨਾਲ ਆ। ਸੋ ਜਦ ਤੱਕ ਸੂਰਜ ਚੜ੍ਹਦਾ ਆ ਤਦ ਤੱਕ ਜ਼ਿੰਦਗੀ ਆ, ਤਦ ਤੱਕ ਸੈਰ ਸਪਾਟਾ ਆ। ਬਿਕੋਜ਼ ਸੈਰ ਸਪਾਟਾ ਇਹ ਸਾਡਾ ਇਨਬਿਲਟ ਆ, ਇਹ ਕਿਸੇ ਨੇ ਸਿਖਾਉਣਾ ਨਹੀਂ ਆ ਸਾਨੂੰ। ਬੰਦਾ ਇੱਕ ਸੋਸ਼ਲ ਐਨੀਮਲ ਵਾਂਗੂ ਆ, ਸਾਨੂੰ ਘੁੰਮਣਾ ਫਿਰਨਾ ਫਿਤਰਤ ਹੈ, ਸਾਡੀ ਪਸੰਦ ਹੈ। ਇਹ ਤਾਂ ਅੱਜ ਅਸੀਂ ਘਰ ਪਾ ਲਏ, ਬਹਿ ਗਏ, ਕੁੰਡੀਆਂ ਲਾ ਕੇ ਬਹਿ ਗਏ। ਸੋ ਅਸਲ 'ਚ ਸਾਡੀ ਫਿਤਰਤ ਇਹ ਨਹੀਂ ਆ। ਸੋ ਸੈਰ ਸਪਾਟਾ ਇੱਕ ਇਨਬਿਲਟ ਆ, ਸਾਡੇ ਜੀਨਸ ਵਿੱਚ ਆ। ਸੋ ਇਹ ਕਦੀ ਨਹੀਂ ਮਰਨ ਵਾਲਾ, ਇਹ ਰਫ਼ਤਾਰ ਆਪਣੀ ਫਿਰ ਫਟਾਫਟ ਪਕੜ ਲਏਗਾ। ਉਹਨਾਂ ਦਾ ਕਹਿਣਾ ਹੈ ਕਿ ਅਜੇ ਵੀ ਇਹ ਪੱਕਾ ਨਹੀਂ ਹੈ ਕਿ ਇਹ ਵਪਾਰ ਕਦੋਂ ਸ਼ੁਰੂ ਹੋਵੇਗਾ। ਬਿਊਰੋ ਰਿਪੋਰਟ, ਡੇਲੀ 24 ਆਰ ਨਿਊਜ਼।